ਧੰਨ ਸਾਹਿਬ ਜੀਓ। ਦਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਹਾਰੀ। ਤੂੰ ਜਾਨਤ ਮੈਂ ਕਿਛ ਨਹੀਂ, ਭਾਵ ਖੰਡਨ ਰਾਮ। ਸਗਲ ਜੀਅ ਸ਼ਰਨਾਗਤੀ, ਪ੍ਰਭ ਪੂਰਨ ਕਾਮ। ਜੁਗਹਾਉ ਜੁਗ ਅਟਲ, ਚਵਰ ਛਤਰ ਅਤੇ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦਾ ਅਵਤਾਰ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਇਸ ਪਾਵਨ ਅਸਥਾਨ ਤੇ 29ਵਾਂ ਅਦੁੱਤੀ ਸੰਗੀਤ ਸੰਮੇਲਨ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਗੁਰਮੁਖ ਪਿਆਰੇ ਸਾਧੂ ਸੁਭਾ ਅਮੀਰ ਸਿੰਘ ਜੀ ਦੇ ਵੱਲੋਂ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਬਹੁਤ ਹੀ ਮਾਨ ਸਤਿਕਾਰ ਦੇ ਯੋਗ ਪੰਥ ਦੀਆਂ ਮਹਾਨ ਸ਼ਖਸੀਅਤਾਂ, ਸੰਤ ਮਹਾਂਪੁਰਸ਼, ਵਿਦਵਾਨ ਇਸ ਪਾਵਨ ਸਟੇਜ ਤੋਂ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ। ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਮਤਿ ਦਾ ਗਿਆਨ ਆਪ ਸੰਗਤ ਦੇ ਸਨਮੁਖ ਉਹਨਾਂ ਨੇ ਰੱਖਿਆ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਿੰਘ ਸਾਹਿਬ ਇਕਬਾਲ ਸਿੰਘ ਜੀ, ਮਹਾਂਪੁਰਖ ਜਗਜੀਤ ਸਿੰਘ ਜੀ, ਹੋਰ ਵੀ ਬੇਅੰਤ ਮਹਾਂਪੁਰਖ ਇੱਥੇ ਬੋਲ ਕੇ ਗਏ ਹਨ ਤੇ ਹੋਰਨਾਂ ਨੇ ਵੀ ਕਹਿਣਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਹੈ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਅੱਜ ਕਈ ਮਨੁੱਖ ਇਹ ਕਹਿ ਦਿੰਦੇ ਹਨ ਵੀ ਸੰਗੀਤ ਤਾਂ ਹੈ ਪਰ ਗੁਰਮਤਿ ਸੰਗੀਤ ਨਹੀਂ ਹੈ। ਦੇਖੋ, ਇਹ ਬਹੁਤ ਵੱਡੀ ਵਿਡੰਬਨਾ ਹੈ ਸਾਡੇ ਸਮਾਜ ਦੀ, ਮਨੁੱਖੀ ਸਮਾਜ ਦੀ ਕਹਿ ਸਕਦੇ ਹਾਂ, ਕਿਉਂਕਿ ਸੰਸਾਰ ਦੇ ਅੰਦਰ ਗਿਆਨ ਬੇਅੰਤ ਹੈ, ਗਿਆਨ ਦੀ ਕੋਈ ਘਾਟ ਨਹੀਂ ਹੈ, ਪਰ ਜਿਹੜਾ ਗੁਰੂ ਦਾ ਗਿਆਨ ਹੈ, ਗੁਰ ਬਿਨ ਗਿਆਨ ਨਾ ਹੋਈ, ਉਹ ਆਪਣੇ ਆਪ ਦੇ ਵਿੱਚ ਬੇਅੰਤ ਵੀ ਹੈ ਅਤੇ ਵਿਲੱਖਣ ਵੀ ਹੈ। ਸੰਗੀਤ ਬਹੁਤ ਹੈ ਸੰਸਾਰ ਦੇ ਅੰਦਰ, ਪਰ ਜਿਹੜਾ ਗੁਰੂ ਨੇ ਆਪਣੇ ਦਾਇਰੇ ਦੇ ਵਿੱਚ ਰੱਖਿਆ ਹੈ ਉਹਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ। ਤੇ ਇੱਕ ਪੁਰਾਤਨ ਮੈਂ ਇਤਿਹਾਸ ਪੜ੍ਹ ਰਿਹਾ ਸੀ, ਆਪ ਜੀ ਵੀ ਜਾਣਦੇ ਹੋ, ਕੋਈ ਮਹਾਂਪੁਰਖ ਸਮਝਾ ਰਹੇ ਸੀ, ਸੰਗਤ ਦੇ ਨਾਲ ਬਚਨ ਕਰ ਰਹੇ ਸੀ ਬਈ ਜਦੋਂ
ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ ਹਨ। ਤੇ ਪਰ ਅੱਜ ਦੇਖੋ ਸਨਾਤਨ ਮੱਤ ਦੇ ਵਿੱਚ ਉਹਨਾਂ 14 ਰਤਨਾਂ ਨੂੰ ਪ੍ਰਵਾਨਗੀ ਦਿੱਤੀ ਹੈ, ਚਾਹੇ ਉਹ ਪ੍ਰਤੱਖ ਹਨ ਚਾਹੇ ਨਹੀਂ ਹਨ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤੇ ਇਸੇ ਪਾਵਨ ਬਾਣੀ ਦੇ ਅੰਮ੍ਰਿਤ ਬਚਨ ਹਨ, ਗੁਰ ਸਾਗਰ ਰਤਨੀ ਭਰ ਪੂਰੇ। ਗੁਰੂ ਸਾਗਰ ਹੈ, ਗਿਆਨ ਦਾ ਸਾਗਰ ਹੈ, ਦਇਆ ਦਾ ਸਾਗਰ ਹੈ, ਮਿਹਰਾਂ ਦਾ ਸਾਗਰ ਹੈ, ਰਹਿਮਤ ਦਾ ਸਾਗਰ ਹੈ। ਤੇ ਇਹਦੇ ਵਿੱਚ ਬੇਅੰਤ ਸਾਗਰ ਹਨ, ਬੇਅੰਤ ਰਤਨ ਹਨ। ਤੇ ਉਹਨਾਂ ਰਤਨਾਂ ਦੇ ਵਿੱਚੋਂ ਉਹ ਮਹਾਂਪੁਰਖ ਵਿਦਵਾਨ ਗੱਲ ਕਰ ਰਹੇ ਸਨ ਵੀ ਇੱਕ ਰਤਨ ਹੈ ਦ੍ਰਿੜ ਨਿਸ਼ਚਾ। ਦ੍ਰਿੜ ਨਿਸ਼ਚੇ ਤੋਂ ਬਿਨਾ ਕੋਈ ਵੀ ਮਨੁੱਖ, ਕੋਈ ਵੀ ਵਿਸ਼ਾ ਜੋ ਹੈ ਉਹ ਸੰਪੂਰਨ ਨਹੀਂ ਹੋ ਸਕਦਾ। ਦ੍ਰਿੜ ਨਿਸ਼ਚਾ ਨਾ ਹੋਵੇ ਤੇ ਇੱਕ ਵਿਦਿਆਰਥੀ ਜੋ ਹੈ ਉਹ ਸਫਲ ਨਹੀਂ ਹੋ ਸਕਦਾ। ਵਿਦਿਆਰਥੀ ਸਫਲ ਉਦੋਂ ਹੀ ਹੁੰਦਾ ਹੈ ਜਦੋਂ ਉਹਦਾ ਦ੍ਰਿੜ ਨਿਸ਼ਚਾ ਹੋਵੇ। ਜਿਨ੍ਹਾਂ ਵਿਦਿਆਰਥੀਆਂ ਦਾ ਦ੍ਰਿੜ ਨਿਸ਼ਚਾ ਨਹੀਂ ਨਾ ਹੁੰਦਾ, ਉਹ ਜੀਵਨ ਦੇ ਵਿੱਚ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਦੇ, ਪਾਸ ਨਹੀਂ ਹੁੰਦੇ, ਸਫਲ ਨਹੀਂ ਹੁੰਦੇ। ਜਿਨ੍ਹਾਂ ਦਾ ਦ੍ਰਿੜ ਨਿਸ਼ਚਾ ਹੁੰਦਾ ਹੈ ਉਹ ਸਫਲ ਹੋ ਜਾਂਦੇ ਹਨ। ਇਸ ਕਰਕੇ ਦ੍ਰਿੜ ਨਿਸ਼ਚਾ, ਦ੍ਰਿੜ ਸੰਕਲਪ ਹੋਣਾ, ਤੇ ਦ੍ਰਿੜ ਸੰਕਲਪ, ਦ੍ਰਿੜ ਨਿਸ਼ਚਾ ਉਹੀ ਮਨੁੱਖ ਹੋ ਸਕਦਾ ਹੈ ਜਿਹਦਾ ਵਿਜ਼ਨ, ਜਿਹਦੀ ਦ੍ਰਿਸ਼ਟੀਕੋਣ ਕਲੀਅਰ ਹੋਵੇ, ਸਪਸ਼ਟ ਹੋਵੇ, ਜਿਹਨੂੰ ਪਤਾ ਹੋਵੇ ਵੀ ਹਾਂ ਜਿਸ ਮਾਰਗ ਤੇ ਮੈਂ ਤੁਰ ਰਿਹਾ ਹਾਂ ਉਹ ਮਾਰਗ ਯੂਨੀਕ ਹੈ, ਚੰਗਾ ਹੈ, ਉੱਤਮ ਹੈ। ਪਿੱਛੇ ਜਿਹੀ ਕਿਸੇ ਸੱਜਣ ਦੇ ਨਾਲ ਵਿਚਾਰ ਕਰਦਿਆਂ ਉਹਨੇ ਇਹ ਗੱਲ ਕਹੀ ਕਿ ਨਾਮ ਦੇ ਬਾਰੇ ਦੱਸੋ। ਨਾਮ ਤੇ ਦੇਖੋ, ਅਸੀਂ ਹਰ ਰੋਜ਼ ਗੁਰੂ ਦੇ ਸ਼ਬਦ ਦੇ ਦੁਆਰਾ ਨਾਮ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਹੁਣ ਇਸ ਤੋਂ ਵੱਡੀ ਨਾਮ ਦੀ ਪਰਿਭਾਸ਼ਾ ਕੋਈ ਕੀ ਦੇ ਸਕਦਾ ਹੈ? ਸਿਮਰਨ ਦੀ ਪਰਿਭਾਸ਼ਾ ਜੇ ਇਸ ਤੋਂ ਵੱਡੀ ਦੇਣੀ ਹੋਵੇ ਵੀ ਸਿਮਰਨ ਕਿੰਨਾ ਜ਼ਰੂਰੀ ਹੈ ਜੀਵਨ ਦੇ ਵਾਸਤੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਭਾਵ ਕਿ ਜੀਵਨ ਹੀ ਸਿਮਰਨ ਹੈ, ਸਿਮਰਨ ਹੀ ਜੀਵਨ ਹੈ। ਅਗਰ ਅਸੀਂ ਸਿਮਰ ਰਹੇ ਹਾਂ ਤੇ ਅਸੀਂ ਜਿਉਂ ਰਹੇ ਹਾਂ, ਅਗਰ ਸਿਮਰਨ ਨਹੀਂ ਹੈ ਤੇ ਜੀਵਨ ਵੀ ਨਹੀਂ ਹੈ। ਮਤ ਜਾਣੋ ਓਏ ਜੀਵ ਦੇ, ਓਏ ਦੂਜੇ ਭਾਏ ਮੋਇਆਸ। ਸਤਿਗੁਰ ਕਹਿੰਦੇ ਮਤ ਜਾਣੋ, ਉਹ ਬੰਦੇ ਜੀਵਦੇ ਹਨ ਜਿਹੜੇ ਸਿਮਰਨ ਨਹੀਂ ਕਰਦੇ, ਉਹਨਾਂ ਦੇ ਵਿੱਚ ਜੀਵਨ ਨਹੀਂ ਹੈ। ਜੀਵਨ ਦਾ ਅਰਥ ਕੀ ਹੈ? ਜੀਵਨ ਦਾ ਅਰਥ ਹੈ ਚੇਤਨਤਾ। ਚੇਤਨਤਾ, ਤੇ ਚੇਤਨਤਾ ਸਿਰਫ ਤਨ ਦੀ ਨਹੀਂ ਹੁੰਦੀ, ਮਨ ਦੀ ਵੀ ਹੁੰਦੀ ਹੈ। ਮਨ ਦੀ ਚੇਤਨਤਾ ਬਹੁਤ ਜ਼ਰੂਰੀ ਹੈ। ਤਨ ਸਥਿਰ ਹੋ ਜਾਏ, ਅਚੇਤ ਹੋ ਜਾਏ ਤੇ ਚੱਲ ਜਾਏਗਾ। ਧਿਆਨ ਦਿਓ, ਇਹ ਤਨ ਜਿਹੜਾ ਹੈ ਨਾ, ਸਥਿਰ ਹੋ ਜਾਏ, ਅਚੇਤ ਹੋ ਜਾਏ ਤੇ ਚੱਲ ਜਾਏਗਾ। ਲੇਕਿਨ ਜੇ ਮਨ ਅਚੇਤ ਹੋ ਗਿਆ ਨਾ, ਚੇਤਨਤਾ ਚਲੀ ਗਈ, ਜੜ ਹੋ ਗਿਆ, ਮਨ ਜੜ ਹੋ ਗਿਆ ਤੇ ਨਹੀਂ ਚੱਲੇਗਾ। ਹੁਣ ਤੁਸੀਂ ਦੇਖੋ, ਕਈ ਮਨੁੱਖ ਕੋਮਾ ਦੇ ਵਿੱਚ ਚਲੇ ਜਾਂਦੇ ਹਨ, ਸਰੀਰ ਪੈਰਾਲਾਈਸਿਸ ਹੋ ਜਾਂਦਾ ਹੈ, ਬਿਲਕੁਲ ਨਹੀਂ ਹਿਲ ਡੁੱਲ ਸਕਦਾ, ਤੇ ਅਸੀਂ ਕਹਿ ਸਕਦੇ ਹਾਂ ਵੀ ਇਹਦਾ ਸਰੀਰ ਨਕਾਰਾ ਹੋ ਗਿਆ, ਹਿਲ ਜੁਲ ਨਹੀਂ ਸਕਦਾ, ਕਿਰਿਆ ਨਹੀਂ ਕਰ ਸਕਦਾ। ਲੇਕਿਨ ਜੇ ਉਹਦੇ ਅੰਦਰ ਕੌਨਸ਼ੀਅਸ ਹੈ, ਕੰਸਨਟ੍ਰੇਸ਼ਨ ਹੈ, ਤਾਂ ਉਹ ਮਨੁੱਖ ਜੋ ਹੈ ਜੀਵਨ ਕਲਿਆਣ ਦੇ ਵੱਲ ਨੂੰ ਤੁਰ ਸਕਦਾ ਹੈ, ਜੀਵਨ ਮੁਕਤੀ ਲੈ ਸਕਦਾ ਹੈ, ਚਾਹੇ ਉਹ ਬੈੱਡ ਦੇ ਉੱਤੇ ਹੀ ਪਿਆ ਹੈ, ਸਥਿਰ ਹੀ ਪਿਆ ਹੈ। ਲੇਕਿਨ ਇੱਕ ਮਨੁੱਖ ਜਿਹਦਾ ਸਰੀਰ ਤੇ ਬੜਾ ਹਿਲਦਾ ਜੁਲਦਾ ਹੈ, ਬੜਾ ਤੰਦਰੁਸਤ ਹੈ, ਬੜੀ ਤਾਕਤ ਹੈ, ਬੜੀ ਸਮਰੱਥਾ ਹੈ, ਲੇਕਿਨ ਅੰਦਰੋਂ ਮਨ ਜੜ ਹੋ ਗਿਆ ਹੈ, ਮਨ ਦੀ ਚੇਤਨਤਾ ਚਲੀ ਗਈ, ਤੇ ਉਹ ਮਨੁੱਖ ਜੜ ਇੱਕ ਰੁੱਖ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ, ਇੱਕ
ਮਿਰਤਕ ਸਰੀਰ ਤੋਂ ਵੱਧ ਕੁਝ ਵੀ ਨਹੀਂ ਹੈ, ਜਿਹਨੂੰ ਸਤਿਗੁਰ ਨੇ ਬਾਣੀ ਵਿੱਚ ਕਿਹਾ, ਮਤ ਜਾਣੋ ਓਏ ਜੀਵ ਦੇ, ਓਏ ਦੂਜੇ ਭਾਏ ਮੋਈ ਆਸ। ਸੋ ਜਿਹੜਾ ਦ੍ਰਿੜ ਨਿਸ਼ਚਾ ਹੈ ਨਾ, ਦ੍ਰਿੜ ਤੋਂ ਭਾਵ ਅਸੀਂ ਜਿਵੇਂ ਲੱਕੜ ਹੁੰਦੀ ਹੈ, ਪੱਥਰ ਹੁੰਦਾ ਹੈ, ਦ੍ਰਿੜ ਹੁੰਦਾ ਹੈ, ਲੇਕਿਨ ਇੱਕ ਖੋਰਾ ਹੁੰਦਾ ਹੈ। ਜਿਵੇਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ, ਲੱਕੜ ਬੜੀ ਸਖਤ ਹੁੰਦੀ ਹੈ, ਤੇ ਸਿਉਂਕ ਦਾ ਕੀੜਾ ਤੁਸੀਂ ਦੇਖੋ ਬੜਾ ਕੋਮਲ ਜਿਹਾ ਹੁੰਦਾ ਹੈ। ਸਿਉਂਕ ਜਿਹੜੀ ਕੀੜਾ ਹੁੰਦਾ ਹੈ ਨਾ, ਬੜਾ ਨਰਮ ਜਿਹਾ ਹੁੰਦਾ ਹੈ, ਤੁਸੀਂ ਹੱਥ ਵਿੱਚ ਫੜੋਗੇ ਫਿਸ ਜਾਏਗਾ। ਇਸੇ ਤਰ੍ਹਾਂ ਜਿਹੜੀ ਸ਼ੰਕਾ ਹੈ ਨਾ, ਸ਼ੰਕਾ ਜਿਹੜਾ ਭਰਮ ਹੈ, ਉਹ ਬੜਾ ਨਾਜ਼ੁਕ ਹੈ, ਲੇਕਿਨ ਉਹ ਤੁਹਾਡੇ ਦ੍ਰਿੜ ਨਿਸ਼ਚੇ ਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਹੈ। ਜਿੱਥੇ ਸਿਉਂਕ ਲੱਗ ਜਾਏ, ਉਸ ਇਮਾਰਤ ਦੀ, ਉਸ ਲੱਕੜ ਦੀ ਬੁਨਿਆਦ ਤਾਕਤ ਖਤਮ ਹੋ ਜਾਂਦੀ ਹੈ। ਤੇ ਜਿਸ ਮਨ ਨੂੰ ਸ਼ੰਕਾ ਰੂਪੀ ਕੀੜਾ ਲੱਗ ਜਾਏ, ਭਰਮ ਰੂਪੀ ਕੀੜਾ ਲੱਗ ਜਾਏ, ਉਹ ਮਨ ਦੀ ਵੀ ਤਾਕਤ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਹ ਮਨ ਵੀ ਜੋ ਹੈ ਉਹ ਅਚੇਤ ਹੋ ਜਾਂਦਾ ਹੈ। ਪਿੱਛੇ ਜੀ ਅਸੀਂ ਇੱਕ ਸਮਾਗਮ ਸੀ ਛੋਟਾ ਜਿਹਾ, ਉਹਦੇ ਵਿੱਚ ਕੁਝ ਗੁਰਮੁਖ ਪਿਆਰੇ ਸੱਦੇ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਖੀ ਸੁਣਾਣੀ ਸ਼ੁਰੂ ਕੀਤੀ। ਤੇ ਸਾਖੀ ਦੇ ਵਿੱਚ ਉਹ ਬਾਰ-ਬਾਰ ਭਾਈ ਮਰਦਾਨਾ ਜੀ, ਭਾਈ ਮਰਦਾਨਾ ਜੀ, ਭਾਈ ਮਰਦਾਨਾ ਜੀ ਕਹਿ ਰਹੇ ਸੀ। ਮੈਂ ਵੀ ਸੰਗਤ ਰੂਪ ਵਿੱਚ ਬੈਠਾ ਸੁਣ ਰਿਹਾ ਸੀ। ਇੱਕ ਦੋ ਵਾਰ ਤੇ ਮੈਨੂੰ ਲੱਗਾ ਵੀ ਸ਼ਾਇਦ ਇਹਦੇ ਮਨ ਵਿੱਚ ਕੋਈ, ਕਈ ਵਾਰੀ ਸ਼ਬਦ ਮੂੰਹੋਂ ਨਹੀਂ ਨਿਕਲਦਾ ਜਾਂ ਬੰਦਾ ਭੁੱਲ ਜਾਂਦਾ ਹੈ। ਪਰ ਜਦੋਂ ਸਮਾਪਤੀ ਹੋਈ ਤੇ ਲੰਗਰ ਛਕਣ ਲੱਗੇ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ, ਤੁਸੀਂ ਭਾਈ ਮਰਦਾਨਾ ਜੀ, ਭਾਈ ਮਰਦਾਨਾ ਜੀ ਕਹਿ ਰਹੇ ਹੋ, ਗੁਰੂ ਸਾਹਿਬ ਜੀ ਦੇ ਨਾਲ ਤੇ ਭਾਈ ਬਾਲਾ ਜੀ ਦਾ ਵੀ ਉਨਾ ਹੀ ਵੱਡਾ ਯੋਗਦਾਨ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਨਾ ਹੁੰਦੇ ਤੇ ਇਹ ਇਤਿਹਾਸ ਤੁਸੀਂ ਸੁਣਾ ਹੀ ਨਹੀਂ ਸੀ ਸਕਦੇ, ਕਿਉਂਕਿ ਇਹ ਇਤਿਹਾਸ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾਇਆ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਇਤਿਹਾਸ ਨੂੰ ਕਲਮਬੱਧ ਕਰਵਾਇਆ। ਤਾਂ ਸਾਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕੀ ਕੀ ਕੌਤਕ ਕੀਤੇ ਹਨ। ਪਹਿਲਾਂ ਤੇ ਉਹਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਸਾਹਿਬ ਮੇਰੇ ਤੋਂ ਭੁੱਲ ਹੋ ਗਈ ਹੈ, ਪਰ ਮੈਨੂੰ ਲੱਗਾ ਵੀ ਭੁੱਲ ਹੋਈ ਨਹੀਂ ਹੈ। ਤੇ ਫਿਰ ਦੂਸਰਾ ਸ਼ਬਦ ਉਹਨਾਂ ਨੇ ਪਤਾ ਕੀ ਵਰਤਿਆ, ਕਹਿੰਦਾ ਜੀ ਕਈ ਲੋਕ ਮੰਨਦੇ ਨਹੀਂ ਕਿ ਭਾਈ ਬਾਲਾ ਜੀ ਹੋਏ ਹਨ। ਮੈਂ ਕਿਹਾ ਜੀ ਇੱਥੇ ਕਿੰਨੇ ਲੋਕ ਹਨ ਜਿਹੜੇ ਇਹ ਨਹੀਂ ਮੰਨਦੇ ਵੀ ਪਰਮਾਤਮਾ ਹੈ। ਕਿੰਨਿਆਂ ਨੂੰ ਹਜੇ ਪਰਮਾਤਮਾ ਤੇ ਹੀ ਸ਼ੰਕਾ ਹੈ, ਕਿੰਨਿਆਂ ਨੂੰ ਹਜੇ ਇਸੇ ਗੱਲ ਤੇ ਹੀ ਭਰਮ ਹੈ ਵੀ ਕੋਈ ਪਰਮਾਤਮਾ, ਕੋਈ ਤਾਕਤ, ਕੋਈ ਅਦ੍ਰਿਸ਼ ਸ਼ਕਤੀ ਨਹੀਂ ਹੈ। ਇਹ ਤੇ ਆਪੋ ਆਪਣੇ ਮਨ ਦਾ ਭਰਮ ਹੈ ਨਾ। ਕਿਸੇ ਨੂੰ ਕੋਈ ਭਰਮ ਹੈ, ਕਿਸੇ ਨੂੰ ਕੋਈ ਭਰਮ ਹੈ, ਕਿਸੇ ਨੂੰ ਕੋਈ ਸ਼ੰਕਾ ਹੈ, ਕਿਸੇ ਨੂੰ ਕੋਈ ਸ਼ੰਕਾ ਹੈ। ਪਰ ਮੈਂ ਇੱਕ ਗੱਲ ਇੱਥੇ ਕਹਿ ਦਿਆਂ ਕਿ ਜਿਨ੍ਹਾਂ ਨੂੰ ਭਰਮ ਹੈ, ਜਿਨ੍ਹਾਂ ਨੂੰ ਸ਼ੰਕੇ ਹਨ, ਉਹ ਕਦੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਉਹ ਕਦੇ ਪਾ ਨਹੀਂ ਸਕਦੇ। ਇਹ ਵਿਵਹਾਰਕ ਜੀਆਂ ਗੱਲਾਂ ਮੈਂ ਤਾਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਇੱਥੇ ਤੁਸੀਂ ਅਦੁੱਤੀ ਸੰਗੀਤ ਦਾ ਵੀ ਆਨੰਦ ਲੈਣਾ ਹੈ, ਸੰਗੀਤ ਦਾ ਆਨੰਦ ਮਾਣਨਾ ਹੈ। ਸੰਗੀਤ ਕੀ ਹੈ? ਸੰਗੀਤ ਸ਼ਬਦ ਦੀ ਆਤਮਾ ਹੈ, ਜਾਂ ਇਸ ਤਰ੍ਹਾਂ ਕਹਿ ਲਵੋ ਵੀ ਜਿਵੇਂ ਸ਼ਬਦ ਜੋ ਹੈ ਉਹ ਤੀਰ ਹੈ ਤੇ ਸੰਗੀਤ ਜੋ ਹੈ, ਧੁਨ ਜੋ ਹੈ ਉਹ ਕਮਾਨ ਹੈ। ਜਿਵੇਂ ਇੱਕ ਮਨੁੱਖ ਬਿਨਾਂ ਹਰ ਬੋਲਣ ਦੇ ਵਿੱਚ ਵੀ ਸੰਗੀਤ ਹੁੰਦਾ, ਬੋਲਦਾ ਤੇ ਕਾਂ ਵੀ ਹੈ, ਕਾਂ ਦਾ ਬੋਲਣਾ ਚੰਗਾ ਨਹੀਂ ਲੱਗਦਾ, ਤੇ ਬੋਲਦੀ ਕੋਇਲ ਵੀ ਹੈ। ਕੋਇਲ ਦੀ ਬੋਲੀ ਸਾਨੂੰ ਬੜੀ ਮਿੱਠੀ ਲੱਗਦੀ ਹੈ। ਕੋਇਲ ਨੂੰ ਅਸੀਂ ਬਾਣੀ ਦੇ ਵਿੱਚ ਵੀ ਸਤਿਕਾਰ ਦਿੱਤਾ। ਕਾਂ ਦੀ ਬੋਲੀ ਜਿਹੜੀ ਹੈ ਉਹ ਕੜਵੀ ਹੈ, ਕਰਕਰਾਹਟ ਭਰੀ ਹੈ, ਭਾਵ ਉਹਦੀ ਜੋ ਬਾਣੀ ਹੈ ਉਹ ਸੁਰ ਲੈ ਤਾਲ ਦੇ ਵਿੱਚ ਨਹੀਂ ਹੈ, ਉਹਦੇ ਵਿੱਚ ਸੰਗੀਤ ਨਹੀਂ ਹੈ। ਸਿੱਧਾ ਸਿੱਧਾ ਜੇ ਅਸੀਂ ਕਹਿ ਦਈਏ ਤੇ ਕਾਂ ਦੀ ਬੋਲੀ ਦੇ ਵਿੱਚ ਸੰਗੀਤ ਨਹੀਂ ਹੈ। ਇਸੇ ਤਰ੍ਹਾਂ ਕਈ ਬੰਦਿਆਂ ਦੀ ਬੋਲੀ ਦੇ ਵਿੱਚ ਸੁਰ ਲੈ ਤਾਲ ਨਹੀਂ ਹੁੰਦੀ। ਉਹ ਜਦੋਂ ਬੋਲਦੇ ਨੇ ਨਾ ਤਾਂ ਸੁਣਨ ਵਾਲਾ ਕਹਿੰਦਾ ਯਾਰ ਚੁੱਪ ਕਰ। ਤੇ ਇੱਕ ਬੰਦੇ ਦੇ ਸ਼ਬਦਾਂ ਦੇ ਵਿੱਚ ਐਸੀ ਬੰਤਰ ਹੈ, ਉਹ ਸ਼ਬਦਾਂ ਦੀ ਚੋਣ ਐਸੇ ਢੰਗ ਨਾਲ ਕਰਦਾ ਹੈ, ਆਪਣੀ ਬੋਲਣ ਦੀ ਫਰੀਕੁਐਂਸੀ ਨੂੰ, ਵਾਇਸ ਦੀ ਕਮਾਂਡ ਨੂੰ ਉਹ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੁਣਨ ਵਾਲੇ ਦਾ ਮਨ ਕਰਦਾ ਹੈ ਬੋਲਦਾ ਰਹੇ ਤੇ ਅਸੀਂ ਸੁਣਦੇ ਰਹੀਏ, ਕਿਉਂਕਿ ਉਹਦੇ ਵਿੱਚ ਇੱਕ ਕੰਪੋਜੀਸ਼ਨ ਹੈ, ਉਹਦੇ ਵਿੱਚ ਇੱਕ ਮੈਥਡ ਹੈ, ਉਹਦੇ ਵਿੱਚ ਇੱਕ ਸਲੀਕਾ ਹੈ, ਇੱਕ ਤਰੀਕਾ ਹੈ। ਤੇ ਇਹੀ ਤੇ ਸੰਗੀਤ ਹੈ।
ਤੇ ਮੈਂ ਸਮਝਦਾ ਹਾਂ ਵੀ ਸੰਤ ਸੁੱਚਾ ਸਿੰਘ ਜੀ ਦੇ ਵੱਲੋਂ, ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਸੰਤ ਅਮੀਰ ਸਿੰਘ ਜੀ ਦੇ ਵੱਲੋਂ ਇਹ ਬੜਾ ਹੀ ਸੁੰਦਰ ਉਪਰਾਲਾ ਹੈ, ਜਿਹੜਾ ਸੰਗੀਤ ਨੂੰ ਪ੍ਰਫੁੱਲਤ ਕਰਨ ਵਾਸਤੇ, ਸਿਰਫ ਸੰਗੀਤ ਨੂੰ ਨਹੀਂ, ਖਿਮਾ ਕਰਿਓ, ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਵਾਸਤੇ ਅੱਜ ਜਿੰਨੇ ਵੀ ਨੌਜਵਾਨ ਵੀਰ ਇੱਥੇ ਗੁਰਮਤਿ ਸੰਗੀਤ ਦੀ ਵਿਦਵਤਾ ਲੈ ਰਹੇ ਹਨ, ਗੁਰਮਤਿ ਸੰਗੀਤ ਦੇ ਵਿੱਚ ਕੋਈ ਘਾਟ ਨਹੀਂ ਹੈ, ਕੋਈ ਕਮੀ ਨਹੀਂ ਹੈ। ਲੇਕਿਨ ਗੁਰਮਤਿ ਸੰਗੀਤ ਸਿੱਖਣ ਵਾਲਾ ਮਨੁੱਖ ਜਦੋਂ ਇਹ ਦੇਖਦਾ ਹੈ ਨਾ ਵੀ ਮੇਰੇ ਸਾਹਮਣੇ ਬੈਠਿਆਂ ਨੂੰ ਸਮਝ ਨਹੀਂ ਹੈ, ਸਾਰ ਨਹੀਂ ਹੈ, ਤੇ ਉਹ ਨਿਰਾਸ਼ ਹੋ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਕਿੰਨੇ ਐਸੇ ਖੂਬਸੂਰਤ ਕੀਰਤਨੀਏ ਜਿਹੜੇ ਗੁਰਮਤਿ ਸੰਗੀਤ ਨੂੰ ਛੱਡ ਕੇ ਤੇ ਸੰਗੀਤ ਵੱਲ ਨੂੰ ਚਲੇ ਗਏ। ਕਿੰਨੇ ਰਾਗੀ, ਢਾਡੀ, ਕਵੀਸ਼ੀਅਰ ਐਸੇ ਜਿਹੜੇ ਸਾਡੀ ਕੌਮ ਵਿੱਚ ਹੋ ਸਕਦੇ ਸੀ ਅਗਰ ਅਸੀਂ ਉਹਨਾਂ ਦੀ ਸੰਭਾਲ ਕੀਤੀ ਹੁੰਦੀ, ਅਸੀਂ ਉਹਨਾਂ ਨੂੰ ਅਗਰ ਯੋਗ ਬਣਦਾ ਸਨਮਾਨ ਦਿੱਤਾ ਹੁੰਦਾ। ਅੱਜ ਤੁਸੀਂ ਦੇਖੋ, ਜਦੋਂ ਇੱਕ ਮਨੁੱਖ ਸਮਾਜ ਦੇ ਵਿੱਚ ਕੋਈ ਸੰਗੀਤਕ ਗੀਤ ਬੋਲਦਾ ਹੈ, ਕੋਈ ਲੱਚਰ ਗੀਤ ਬੋਲਦਾ ਹੈ ਤੇ ਨੰਗੇਜ ਦੇ ਨਾਲ ਉਹਨੂੰ ਸਮਾਜ ਦੇ ਵਿੱਚ ਪ੍ਰਸਾਰਿਤ ਕਰਦਾ ਹੈ ਤੇ ਮਿਲੀਅਨਸ ਦੇ ਵਿੱਚ ਉਹਨੂੰ ਵਿਊਜ਼ ਮਿਲਦੇ ਹਨ, ਉਹਦੀ ਕਮਾਈ ਹੁੰਦੀ ਹੈ, ਉਹਨੂੰ ਪੈਸਾ ਮਿਲਦਾ ਹੈ, ਉਹਦਾ ਰੁਜ਼ਗਾਰ ਚੱਲਦਾ ਹੈ, ਤੇ ਕਿਉਂ ਨਹੀਂ ਉਹ ਉਸ ਨੂੰ ਹੋਰ ਪ੍ਰਫੁੱਲਤ ਕਰੇਗਾ। ਪਰ ਜਦੋਂ ਇੱਕ ਸੰਗੀਤ, ਗੁਰਮਤਿ ਸੰਗੀਤ ਦਾ ਮਾਹਰ ਮਨੁੱਖ, ਇੱਕ ਕੀਰਤਨੀਆ, ਇੱਕ ਰਾਗੀ, ਇੱਕ ਢਾਡੀ, ਇੱਕ ਕਵੀਸ਼ੀਅਰ ਮਿਹਨਤ ਕਰਦਾ ਹੈ ਸਮਾਜ ਦੇ ਵਿੱਚ, ਪਰ ਸਾਡੇ ਸਮਾਜ ਦੇ ਵੱਲੋਂ ਉਹਨੂੰ ਬਣਦਾ ਮਿਹਨਤਾਨਾ, ਬਣਦਾ ਸਤਿਕਾਰ, ਮਾਣ ਨਹੀਂ ਮਿਲਦਾ ਤੇ ਉਹ ਨਿਰਾਸ਼ ਹੋ ਜਾਂਦਾ ਹੈ। ਸੋ ਸਿੰਘ ਸਾਹਿਬ ਜੀ ਨੇ ਵੀ ਇਹ ਚਿੰਤਾ ਜ਼ਾਹਰ ਕੀਤੀ ਸੀ ਆਪ ਜੀ ਦੇ ਨਾਲ, ਤੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਜਿਵੇਂ ਇਹ ਹੁੰਦਾ ਹੈ ਵਹਿਣ ਦੇ ਉਲਟ ਦਿਸ਼ਾ ਵੱਲ ਚੱਲਣਾ। ਅੱਜ ਜਿਹੜਾ ਸੰਸਾਰ ਦਾ ਵਹਿਣ ਹੈ ਨਾ, ਅੱਜ ਸੰਸਾਰ ਦਾ ਵਹਿਣ ਕੀ ਹੈ? ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਇਹ ਕਲਯੁਗ ਦਾ ਸਮਾਂ ਹੈ। ਅੱਜ ਕੂੜ ਦਾ ਪਸਾਰਾ ਪਸਰ ਰਿਹਾ ਹੈ, ਪਰ ਇਸ ਕਲਯੁਗ ਦੇ ਪਸਾਰੇ ਦੇ ਅੰਦਰ ਜਿੱਥੇ ਲੱਚਰਤਾ, ਨੰਗੇਜ ਪ੍ਰਫੁੱਲਤ ਹੋ ਰਹੇ ਹਨ, ਉੱਥੇ ਸੰਤ ਅਮੀਰ ਸਿੰਘ ਜੀ ਵਰਗੇ ਗੁਰਮੁਖ ਪਿਆਰੇ ਕੁਝ ਐਸੇ ਹਨ ਜਿਹੜੇ ਵਹਿਣ ਤੋਂ ਉਲਟ ਦਿਸ਼ਾ ਵੱਲ ਚੱਲ ਕੇ ਮਿਹਨਤ ਕਰ ਰਹੇ ਹਨ। ਤੇ ਇੱਥੇ ਜਿਹੜੇ ਨੌਜਵਾਨ ਸੰਗੀਤ ਦੀ ਵਿੱਦਿਆ ਲੈ ਰਹੇ ਹਨ, ਜਿਹੜੇ ਸਾਡੇ ਬੱਚੇ ਬੱਚੀਆਂ ਗੁਰਮਤਿ ਸੰਗੀਤ ਦੀ ਵਿੱਦਿਆ ਲੈ ਰਹੇ ਹਨ, ਮੈਂ ਕਹਿੰਦਾ ਵੀ ਉਹਨਾਂ ਦਾ ਵੀ ਧੰਨ ਜਿਗਰਾ ਹੈ, ਧੰਨ ਜੀਵਨ ਹੈ, ਜਿਹੜੇ ਵਹਿਣ ਦੇ ਉਲਟ ਦਿਸ਼ਾ ਵੱਲ, ਕਿਉਂਕਿ ਜੋ ਉਲਟੀ ਦਿਸ਼ਾ ਹੈ ਉਹ ਗੁਰਮਤਿ ਸੰਗੀਤ ਦੀ ਦਿਸ਼ਾ ਹੈ, ਉਹ ਸੱਚ ਦੀ ਦਿਸ਼ਾ ਹੈ, ਉਹ ਧਰਮ ਦੀ ਦਿਸ਼ਾ ਹੈ, ਉਹ ਪਰਮਾਤਮਾ ਦੀ ਦਿਸ਼ਾ ਹੈ। ਤੇ ਜਿਹੜਾ ਪਰਮਾਤਮਾ ਦੇ ਵੱਲ ਨੂੰ ਚੱਲ ਰਹੇ ਹਨ, ਜਿਹੜੇ ਪਰਮੇਸ਼ਵਰ ਦੇ ਵੱਲ ਨੂੰ ਚੱਲ ਰਹੇ ਹਨ, ਜਿਹੜੇ ਗੁਰੂ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਵਿੱਚ ਲੱਗੇ ਹੋਏ ਹਨ, ਉਹ ਸਾਰੇ ਜੀਵਨ ਧਨਤਾ ਦੇ ਯੋਗ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਜਿਹੜੀ ਸ਼ੁਰੂਆਤ ਹੈ ਨਾ, ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਰਾਗ ਮੁਕਤ ਬਾਣੀ ਹੈ, ਤੇ ਰਾਗ ਮਾਲਾ ਵੀ ਜੋ ਹੈ ਉਹ ਰਾਗ ਮੁਕਤ ਹੈ। ਪ੍ਰਾਰੰਭਤਾ ਦੇ ਵਿੱਚ ਵੀ ਰਾਗ ਨਹੀਂ ਹੈ, ਦੇਖੋ, ਤੇ ਜਿੱਥੇ ਸੰਪੂਰਨਤਾ ਹੋਈ ਉੱਥੇ ਵੀ ਰਾਗ ਨਹੀਂ ਹੈ। ਦਾਸ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦਾ ਵਿਦਿਆਰਥੀ ਹਾਂ, ਤੇ ਉੱਥੇ ਜਦੋਂ ਕਿਸੇ ਵੀ ਕੀਰਤਨੀਏ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਤੇ ਉਹਦੇ ਤੋਂ ਪਹਿਲਾਂ ਉਹਦੀ ਸੰਥਿਆ ਕੰਪਲੀਟ ਕਰਵਾਈ ਜਾਂਦੀ ਹੈ, ਕਿਉਂਕਿ ਕੀਰਤਨੀਆਂ ਦੇ ਵਾਸਤੇ ਜਾਂ ਪ੍ਰਚਾਰਕਾਂ ਦੇ ਵਾਸਤੇ ਜਿੱਥੇ ਸ਼ਬਦ ਦਾ ਅੱਖਰੀ ਬੋਧ ਹੋਣਾ ਜ਼ਰੂਰੀ ਹੈ, ਉੱਥੇ ਉਹਦੀ ਲਗ ਮਾਤਰ ਉਚਾਰਨ ਵਿਸ਼ਰਾਮ ਦਾ ਵੀ ਗਿਆਨ ਹੋਣਾ ਬੜਾ ਜ਼ਰੂਰੀ ਹੈ। ਸੋ ਇਸ ਕਰਕੇ ਅੱਜ ਸਮਾਜ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ, ਸਾਨੂੰ ਹਰਿਆਣੇ ਦੇ ਵਿੱਚ ਬੜੀ ਦਿੱਕਤ ਹੈ, ਤੁਹਾਡੇ ਬੜੇ ਵੱਡੇ ਭਾਗ ਹਨ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜਿਹੜੀਆਂ ਗੁਰਮਤਿ ਦੇ ਉੱਤੇ ਵੱਧ ਚੜ ਕੇ ਆਪਣਾ ਯੋਗਦਾਨ ਹਿੱਸਾ ਪਾ ਰਹੇ ਹਨ, ਪਰ ਹਰਿਆਣੇ ਦੇ ਵਿੱਚ ਉਸ ਤੋਂ ਪਰੇ ਚਲੇ ਜਾਓ ਤੇ ਹੋਰ ਵੀ ਦਿੱਕਤ ਹੈ। ਅੱਜ ਸਾਡੇ ਨੌਜਵਾਨ ਵੀਰ, ਜਿਹੜੀਆਂ ਸਾਡੀਆਂ ਨੌਜਵਾਨ ਬੱਚੀਆਂ ਹਨ, ਮੈਨੂੰ ਫੋਨ 2-3 ਫੋਨ ਆ ਰਹੇ, ਉਹ ਕਹਿੰਦੇ ਵੀ ਸਾਡੀ ਬੱਚੀ ਨੇ ਗੁਰਮਤਿ ਸੰਗੀਤ ਸਿੱਖਣਾ ਹੈ, ਤੁਸੀਂ ਸਾਨੂੰ ਟੀਚਰ ਦਿਓ। ਤੇ ਸਾਡੇ ਉੱਥੇ ਜਿਹਨੂੰ ਵੀ ਫੋਨ ਕਰਦੇ ਹਾਂ ਉਹ ਕਹਿੰਦਾ ਵੀ ਸੰਗੀਤ ਤੇ ਮੈਂ ਵਿਦਿਆ ਤੇ ਦੇ ਸਕਦਾ ਹਾਂ, ਪਰ ਜਿਹੜਾ ਸਮਾਂ ਲੱਗੇਗਾ ਉਸ ਸਮੇਂ ਦੇ ਵਿੱਚ ਜਿਹੜੀ ਮੈਂ ਆਪਣੀ ਉਪਜੀਵਕਾ ਕਮਾਉਣਾ ਉਹ ਮੈਂ ਕਿਵੇਂ ਕਰਾਂਗਾ। ਇੱਕ ਮੁਸ਼ਕਲ ਹੈ, ਇਸ ਤੱਥ ਨੂੰ ਸਮਝਣ ਦੀ ਲੋੜ ਹੈ। ਸੋ ਮੈਂ ਸਮਝਦਾ ਹਾਂ ਜਿੰਨੇ ਵੀ ਤੁਸੀਂ ਇੱਥੇ ਆਏ ਹੋ, ਚੈਨਲਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਇਸ ਪਾਵਨ ਸਥਾਨ ਤੇ ਚੱਲਦੇ ਸਮਾਗਮਾਂ ਵਿੱਚ
ਸ਼ਮੂਲੀਅਤ ਕਰ ਰਹੇ ਹੋ, ਹਾਜ਼ਰੀ ਭਰ ਰਹੇ ਹੋ, ਵੱਧ ਤੋਂ ਵੱਧ ਸਹਿਯੋਗ ਕਰੀਏ। ਸੰਤ ਅਮੀਰ ਸਿੰਘ ਜੀ ਦਾ ਵੀ ਤੇ ਉਹਨਾਂ ਨੌਜਵਾਨਾਂ ਦਾ ਵੀ ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਰੱਖਣ ਦਾ ਬੀੜਾ ਚੁੱਕਿਆ ਹੋਇਆ ਹੈ। ਸੋ ਵਿਚਾਰ ਤੇ ਬਹੁਤ ਹੋ ਸਕਦੇ ਹਨ, ਪਰ ਸਮੇਂ ਦੀ ਸੀਮਾ ਹੈ। ਮੈਂ ਆਏ ਹੋਏ ਸਾਰਿਆਂ ਹੀ ਮਹਾਂਪੁਰਖਾਂ ਦਾ, ਗੁਰਮੁਖਾਂ ਦਾ, ਵਿਦਵਾਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ। ਮਹਾਂਪੁਰਖਾਂ ਦਾ, ਸੰਤ ਅਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਯਾਦ ਕਰਕੇ ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸੋ ਇੱਥੇ ਹੀ ਮੈਂ ਆਪਣੇ ਸ਼ਬਦਾਂ ਨਾਲ ਸੰਕੋਚਦਾ ਹੋਇਆ ਆਪ ਜੀ ਤੋਂ ਫਤਿਹ ਦੀ ਸਾਂਝ ਮੰਗਦਾ ਹਾਂ, ਖਿਮਾ ਮੰਗਦਾ ਹਾਂ। ਬੁਲਾਓ ਫਤਿਹ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।